ਸਤਿ ਸ਼੍ਰੀ ਅਕਾਲ ਜੀ। ਤੁਸੀਂ SMZ ਨਿਊਜ਼ ਦੇਖ ਰਹੇ ਹੋ। ਮੈਂ ਕੁਲਵੰਤ ਸਿੰਘ ਸਨੋੜਵੀ, ਮੇਰੇ ਨਾਲ ਮੇਰੇ ਸਾਥੀ ਨਰਿੰਦਰ ਕਲੇਰ ਮੌਜੂਦ ਨੇ। ਅੱਜ ਦਾ ਦਿਨ ਪੰਜਾਬ ਦੀ ਰਾਜਨੀਤੀ ਵਿੱਚ ਬੜਾ ਅਹਿਮ ਮੰਨਿਆ ਗਿਆ ਹੈ। ਜਿਹੜੇ ਸਿਆਸੀ ਮਾਹਿਰ ਨੇ ਉਹਨਾਂ ਦੇ ਅਨੁਸਾਰ ਜਿਹੜਾ ਅੱਜ ਦਾ ਦਿਨ ਹੈ ਪੰਜਾਬ ਦੀ ਰਾਜਨੀਤੀ ਵਿੱਚ ਉਥਲ ਪੁਥਲ ਲਿਆ ਸਕਦਾ ਹੈ, ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਦੌਰਾ ਹੈ ਪੰਜਾਬ ਦਾ। ਫਿਰੋਜ਼ਪੁਰ ਵਿਖੇ ਉਹਨਾਂ ਦੀ ਅੱਜ ਪਹਿਲੀ ਰੈਲੀ ਹੈ 2022 ਦੇ ਚੋਣਾਂ ਦੇ ਸੰਬੰਧ ਵਿੱਚ। ਇੱਕ ਲੰਬੇ ਵਕਫੇ ਤੋਂ ਬਾਅਦ ਪੰਜਾਬ ਆ ਰਹੇ ਨੇ। ਪੰਜਾਬ ਦਾ ਦੌਰਾ ਉਹਨਾਂ ਦਾ ਕਿਉਂ ਅਹਿਮ ਹੈ, ਪੰਜਾਬ ਦੀ ਰਾਜਨੀਤੀ ਵਿੱਚ ਕੀ ਉਹ ਫੇਰ ਬਦਲ ਕਰਨਗੇ, ਇਹਨਾਂ ਉੱਪਰ ਚਰਚਾ ਅਸੀਂ ਕਰਾਂਗੇ ਕਲੇਰ ਸਾਹਿਬ ਨਾਲ। ਕਲੇਰ ਸਾਹਿਬ, ਸਵਾਗਤ ਹੈ ਤੁਹਾਡਾ। ਸਵਾਗਤ ਹੈ ਸਰ। ਪਹਿਲਾਂ ਹੀ ਮੇਰਾ ਥੋੜਾ ਪ੍ਰਤੀਕਰਮ ਕੀ ਹੈ ਉਹਨਾਂ ਦੇ ਦੌਰੇ ਨੂੰ ਲੈ ਕੇ? ਦੇਖੋ, ਪਹਿਲੀ ਗੱਲ ਤਾਂ ਇਹ ਆ ਕਿ ਪੰਜਾਬ ਦੀ ਤੁਸੀਂ ਗੱਲ ਕੀਤੀ ਹੈ, ਰਾਜਨੀਤੀ ਦੇ ਵਿੱਚ ਉਥਲ ਪੁਥਲ ਦੀ ਗੱਲ ਕੀਤੀ ਹੈ, ਕਿਉਂਕਿ 14 ਮਹੀਨੇ ਦਾ ਵਕਫਾ ਹੋ ਗਿਆ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਇੱਕ ਉਹ ਸਮਾਂ ਸੀ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਗਾਤਾਰ ਇੱਕ ਸਾਲ 4 ਮਹੀਨੇ ਦੇ ਦਰਮਿਆਨ ਕਿਸਾਨ ਸੰਘਰਸ਼ ਚੱਲਿਆ, ਜਿਸ ਦੇ ਵਿੱਚ ਕਈ ਕਿਸਾਨ ਸ਼ਹੀਦੀਆਂ ਪਾ ਗਏ ਤੇ ਕਈ ਅਜਿਹੇ ਮਾਮਲੇ ਸਾਹਮਣੇ ਆਏ ਸਨ ਜਿੱਥੇ ਲੋਕ ਇਹ ਮੰਨਦੇ ਸਨ, ਲੋਕ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਜੋ ਵੱਡੇ ਸਟਾਰ ਸਨ, ਪੋਲੀਟਿਕਸ ਸਨ, ਉਹ ਵੀ ਇਹ ਮੰਨਦੇ ਸਨ ਕਿ ਹੁਣ ਨਰਿੰਦਰ ਮੋਦੀ ਬੋਲਣਗੇ ਦੇਸ਼ ਦੇ ਪ੍ਰਧਾਨ ਮੰਤਰੀ, ਪਰ ਨਹੀਂ ਬੋਲੇ। ਖੇਤੀ ਮੰਤਰੀ ਨਰਿੰਦਰ ਤੋਮਰ ਬੋਲਦੇ ਰਹੇ ਜਾਂ ਹੋਰ ਸੀਨੀਅਰ ਮੰਤਰੀ ਬੋਲਦੇ ਰਹੇ, ਪਰ ਨਰਿੰਦਰ ਮੋਦੀ ਖੇਤੀ ਮੰਤਰੀ ਦੇ ਤੋਂ ਬਾਅਦ ਨਹੀਂ ਬੋਲੇ। ਪਰ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਗਈਆਂ, ਜਿਵੇਂ ਹੀ ਖੇਤੀ ਕਾਨੂੰਨ ਵਾਪਸ ਲਏ ਗਏ ਤਾਂ ਉਹਨਾਂ ਦਾ ਦੌਰਾ ਵਾ ਤੇ ਮੰਨਿਆ ਜਾ ਰਿਹਾ ਹੈ ਕਿ ਅੱਜ ਦੌਰੇ ਦੇ ਵਿੱਚ ਜਿੱਥੇ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਨਾਲ ਆਉਣਗੇ ਤੇ ਨਾਲ ਦੀ ਨਾਲ ਹੀ ਹੋ ਸਕਦਾ ਹੈ ਕਿ ਤਕਰੀਬਨ 10 ਤੋਂ 12 ਅਜਿਹੇ ਮੰਤਰੀ ਨੇ ਕਾਂਗਰਸ ਤੇ ਜਾਂ ਹੋਰ ਪਾਰਟੀਆਂ ਦੇ ਜਿਹੜੇ ਸ਼ਾਮਲ ਹੋ ਸਕਦੇ ਨੇ। ਪਰ ਇਸ ਸਭ ਦੇ ਵਿੱਚ ਜੋ ਮੇਨ ਗੱਲ ਵਾ, ਫਿਰੋਜ਼ਪੁਰ ਦੇ ਵਿੱਚ ਕਿਤੇ ਨਾ ਕਿਤੇ ਇੱਕ ਸੈਟੇਲਾਈਟ ਵਾ, PGI ਸੈਟੇਲਾਈਟ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਤੇ ਨਾਲ ਦੀ ਨਾਲ ਹੀ 40 ਤੋਂ 42 ਕਰੋੜ ਦੇ ਵਿੱਚ ਕਈ ਹੋਰ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਇਹਨਾਂ ਸਭ ਗੱਲਾਂ ਦੇ ਵਿੱਚ ਜੋ ਸਿਆਸੀ ਪੰਡਤ ਨੇ ਉਹ ਇਹ ਗੱਲ ਦਾ ਜ਼ਿਕਰ ਕਰਦੇ ਪਏ ਹੈ ਕਿ ਨਰਿੰਦਰ ਮੋਦੀ ਫਿਰੋਜ਼ਪੁਰ ਦੇ ਵਿੱਚ ਹੀ ਰੈਲੀ ਕਿਉਂ ਕਰਦੇ ਪਏ ਨੇ, ਕਿਉਂਕਿ ਪੰਜਾਬ ਦੇ ਵਿੱਚ ਅਜਿਹੇ ਕਈ ਵੱਡੇ ਸ਼ਹਿਰ ਨੇ ਜਿੱਥੇ ਕਿ ਭਾਜਪਾ ਦੀ ਵੋਟ ਜਾਂ ਸ਼ਹਿਰੀ ਵੋਟ ਮੰਨਦੇ ਸਨ, ਪਰ ਫਿਰੋਜ਼ਪੁਰ ਹੀ ਕਿਉਂ? ਤਾਂ ਸਿਆਸੀ ਪੰਡਤ ਇਹ ਦਾਅਵਾ ਕਰਦੇ ਪਏ ਨੇ ਕਿ ਅਕਾਲੀ ਦਲ ਜਿਹੜੇ ਕਿ ਉਹਨਾਂ ਦਾ ਇੱਕ ਸਿਆਸੀ ਜ਼ਮੀਨ ਮੰਨੀ ਜਾਂਦੀ ਹੈ ਫਿਰੋਜ਼ਪੁਰ ਜਲਾਲਾਬਾਦ, ਉਹ ਸ਼ਹਿ ਦੇ ਸਕਦਾ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਲੰਬੇ ਸਮੇਂ ਤੋਂ ਜਿਵੇਂ ਹੀ ਖੇਤੀ ਕਾਨੂੰਨਾਂ ਦਾ ਵਿਰੋਧ ਸ਼ੁਰੂ ਹੋਇਆ, ਉਹ ਅਕਾਲੀ ਦਲ ਜਿਹੜਾ ਉਹਨਾਂ ਦੀ ਹਮਾਇਤ ਕਰਦਾ ਸੀਗਾ, ਉਹਨਾਂ ਨੇ ਵੀ ਨਾਲ ਦੀ ਨਾਲ ਹੀ ਅਸਤੀਫੇ ਦੇ ਦਿੱਤੇ, ਪਾਰਟੀ ਤੋਂ ਅਲਾਇੰਸ ਤੋਂ ਵੱਖ ਹੋ ਗਏ। ਉਸ ਤੋਂ ਬਾਅਦ ਲਗਾਤਾਰ ਭਾਵੇਂ ਕਿ ਪੂਰੇ ਦੇਸ਼ ਦੇ ਵਿੱਚ ਪੂਰੇ ਸੂਬੇ ਦੇ ਵਿੱਚ ਵਿਰੋਧ ਹੋਇਆ ਅਕਾਲੀ ਦਲ ਦਾ, ਪਰ ਉਹਨਾਂ ਨੇ ਇਸ ਗੱਲ ਦੀ ਤੇ ਹਿੱਕ ਥਾਪੜੀ ਕਿ ਅਸੀਂ ਛੱਡਤਾ, ਭਾਜਪਾ ਛੱਡਤੀ, ਅਸਤੀਫੇ ਦੇ ਦਿੱਤੇ, ਵਜ਼ਾਰਤਾਂ ਛੱਡ ਦਿੱਤੀਆਂ ਤੇ ਅਸੀਂ ਆਮ ਲੋਕਾਂ ਦੇ ਨਾਲ ਆ। ਪਰ ਫਿਰ ਫਿਰੋਜ਼ਪੁਰ ਹੀ ਕਿਉਂ? ਸਭ ਤੋਂ ਪਹਿਲੀ ਗੱਲ ਇਹ। ਦੂਸਰੀ ਗੱਲ ਇਹ ਹੈ ਕਿ ਮਨੀਸ਼ ਤਿਵਾੜੀ ਦੇ ਵੱਲੋਂ ਇੱਕ ਟਵੀਟ ਕੀਤਾ ਜਾ ਰਿਹਾ ਹੈ ਕਿ ਉੱਥੇ ਜੋ ਹਵਾਈ ਅੱਡਾ ਵਾ ਤੇ ਨਾਲ ਦੀ ਨਾਲ ਹੀ ਸੁਖਦੇਵ ਜੀ ਆ, ਭਗਤ ਸਿੰਘ ਜੀ ਆ, ਰਾਜਗੁਰੂ ਜੀ ਆ, ਉਹਨਾਂ ਨੂੰ ਭਾਰਤ ਰਤਨ ਅਵਾਰਡ ਦਿੱਤਾ ਜਾਵੇ। ਇਹ ਬੜੀਆਂ ਲੰਬੀਆਂ ਚੌੜੀਆਂ ਗੱਲਾਂ ਨੇ ਤੇ ਤਕਰੀਬਨ ਮੰਨਿਆ ਜਾ ਰਿਹਾ ਹੈ ਕਿ ਅੱਜ ਜਿਹੜਾ ਸਿਆਸੀ ਇਕੱਠ ਵਾ, ਸਿਆਸੀ ਰੈਲੀ ਦੇ ਵਿੱਚ ਇਕੱਠ ਆ 1 ਲੱਖ ਤੋਂ ਵੱਧ ਹੋਵੇਗਾ ਤੇ ਆਮ ਲੋਕ ਜਿਹੜੇ ਨੇ, ਜਿਹੜੇ ਕਿ ਢਾਹ ਲੱਗ ਚੁੱਕੀ ਆ ਕਿਸਾਨੀ ਕਰਕੇ ਲੰਬੇ ਸਮੇਂ ਤੋਂ, ਕਿਉਂਕਿ ਕਿਸਾਨ 1.5 ਸਾਲ ਤਾਂ ਬੈਠੇ ਰਹੇ, ਉਹਨਾਂ ਦਾ ਵੀ ਬਹੁਤ ਨੁਕਸਾਨ ਹੋਇਆ ਤੇ ਆਮ ਲੋਕਾਂ ਦਾ ਵੀ ਵਪਾਰ ਪੱਧਰ ਤੇ ਬਹੁਤ ਨੁਕਸਾਨ ਹੋਇਆ, ਤਾਂ ਉਹ ਬਹੁਤ ਮੁਖਾਲਫਤ ਕਰਦੇ ਪਏ ਆ ਕਿ ਅਜਿਹੀ ਰੈਲੀ ਦੇ ਵਿੱਚ ਕਿਹੜੇ ਲੋਕ ਜਾਣਗੇ। ਸੋ ਇੱਕ ਵੱਡਾ ਸਵਾਲ ਹੈ ਕਿ ਉਹ ਲੋਕ ਕਿਹੜੇ ਹੋਣਗੇ ਜਿਹੜੇ ਰੈਲੀ ਤੇ ਜਾਣਗੇ। ਕਲੇਰ ਸਾਹਿਬ, ਮੈਂ ਗਰਾਊਂਡ ਰਿਪੋਰਟ ਕੀਤੀ ਹੈ ਲੁਧਿਆਣੇ ਦੇ ਸ਼ਹਿਰ ਦੇ ਵਿੱਚ, ਕਾਫੀ ਹਲਕਿਆਂ ਦੀ ਮੈਂ ਗਰਾਊਂਡ ਰਿਪੋਰਟ ਕੀਤੀ ਹੈ ਜੀ। ਉਹਨਾਂ ਦੇ ਵਿੱਚੋਂ ਕਈ ਜਿਹੜੇ ਲੋਕ ਨੇ ਜਿਹੜੇ ਚਲੋ ਕਾਂਗਰਸ ਨੂੰ ਜਾਂ ਅਕਾਲੀ ਦਲ ਨੂੰ ਕਹਿ ਰਹੇ ਨੇ ਵੋਟ ਪਾਉਣ, ਤਾਂ ਕਹਿ ਹੀ ਰਹੇ ਨੇ। ਕਈ ਕੁਝ ਲੋਕ ਅਜਿਹੇ ਨੇ ਜਿਹੜੇ ਕਹਿੰਦੇ ਕਿ ਨਵੀਂ ਪਾਰਟੀ ਨੂੰ ਅਸੀਂ ਮੌਕਾ ਦੇਣਾ ਚਾਹੁੰਦੇ ਹਾਂ। ਜਦੋਂ ਅਸੀਂ ਪੁੱਛਿਆ ਕਿ ਨਵੀਂ ਪਾਰਟੀ ਕਿਹੜੀ, ਉਹ ਭਾਜਪਾ ਨੂੰ ਵੀ ਆਪਸ਼ਨ 'ਚ ਰੱਖ ਰਹੇ ਨੇ। ਠੀਕ ਹੈ, ਭਾਜਪਾ ਨੂੰ ਰੇਸ ਤੋਂ ਬਾਹਰ ਨਹੀਂ ਕੱਢ ਰਹੇ, ਠੀਕ ਹੈ, ਭਾਜਪਾ ਨੂੰ ਆਪਸ਼ਨ ਦੇ ਵਿੱਚ ਰੱਖ ਕੇ ਚੱਲ ਰਹੇ ਨੇ। ਇਹ ਚੀਜ਼ ਪੰਜਾਬ ਦੀ ਜਿਹੜੀ ਰਾਜਨੀਤੀ ਹੈਗੀ ਆ, ਪੰਜਾਬ ਦੀ ਜਿਹੜੀ ਸੀਟਾਂ ਜਦੋਂ ਲੋਕ ਜਿੱਤਣਗੇ ਜਿਹੜੇ ਉਮੀਦਵਾਰ ਨੇ, ਉਹਨਾਂ ਉੱਤੇ ਵੋਟ ਬੈਂਕ ਉੱਤੇ ਫਰਕ ਪਾਏਗੀ। ਦੇਖੋ, ਪਹਿਲੀ ਗੱਲ ਤਾਂ ਇਹ ਆ ਕਿ ਭਾਜਪਾ ਜਿਹੜੀ ਆ ਨਾ, ਨੋ ਡਾਊਟ ਕਿ ਇੱਕ ਵੱਡੀ ਦੇਸ਼ ਦੀ ਇੱਕ ਪਾਰਟੀ ਆ। ਜਦੋਂ ਕਿਸਾਨੀ ਮੋਰਚਾ ਨਹੀਂ ਸੀ ਤਾਂ ਭਾਜਪਾ ਕਿਤੇ ਨਾ ਕਿਤੇ ਅਲਾਇੰਸ ਬੜਾ ਤਕੜਾ ਸੀਗਾ ਪੰਜਾਬ ਦੇ ਵਿੱਚ। ਜਿਹੜੀ ਸਾਰੀ ਸ਼ਕਤੀ ਮਿਲਦੀ ਪਈ ਸੀ ਰਾਜਨੀਤੀ ਦੀ ਅਕਾਲੀਆਂ ਨੂੰ, ਭਾਜਪਾ ਥਰੂ ਮਿਲਦੀ ਪਈ ਸੀਗੀ। ਪਰ ਜਿਵੇਂ ਜਿਵੇਂ ਲੋਕਾਂ ਦੇ ਦਿਲ ਦੇ ਵਿੱਚ ਢਾਹ ਲੱਗੀ ਕਿ ਨੁਕਸਾਨ ਹੋਇਆ ਕਿਸਾਨਾਂ ਨੂੰ, ਆਮ ਲੋਕਾਂ ਨੂੰ, ਤਾਂ ਦਿਲੋਂ ਲੈ ਗਈ ਲੋਕਾਂ ਦੇ ਕਹਿਣ ਦੇ ਮੁਤਾਬਕ। ਪਰ ਜਿਵੇਂ ਅਸੀਂ ਕਹਿੰਦੇ ਹਾਂ ਕਿ ਪੱਤਰਕਾਰਤਾ ਦੇ ਵਿੱਚ
ਬਰਾਬਰਤਾ ਹੁੰਦੀ ਆ, ਉਹ ਬਰਾਬਰਤਾ ਨੂੰ ਲੈ ਕੇ ਜੇ ਗੱਲਬਾਤ ਕਰਦੇ ਆ ਤਾਂ ਭਾਜਪਾ ਨੂੰ ਪੂਰਾ ਹੱਕ ਬਣਦਾ ਆ ਕਿ ਉਹ ਇੱਥੇ ਆ ਕੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰੈਲੀਆਂ ਵੀ ਕਰ ਸਕਦੇ ਆ ਤੇ ਨਾਲ ਦੀ ਨਾਲ ਹੀ ਸ਼ਕਤੀ ਪ੍ਰਦਰਸ਼ਨ ਕਰਦੇ ਪਏ ਨੇ, ਕਿਉਂਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਕੁਝ ਸਮਾਂ ਬਾਕੀ ਰਹਿ ਜਾਣਾ ਹੈ ਜਦੋਂ ਲੋਕ ਸਭਾ ਚੋਣਾਂ ਹੋਣੀਆਂ ਤੇ ਫਿਰ ਪੀਐਮ ਦੇ ਮੋਹਰ ਨੂੰ ਲੈ ਕੇ, ਕਿਉਂਕਿ ਜਿਹੜਾ ਆਪੋਜ਼ਿਟ ਪਾਰਟੀ ਹੁੰਦੀ ਆ ਉਹ ਕਾਂਗਰਸ ਆ, ਕਾਂਗਰਸ ਦਾ ਹਾਲੇ ਤੱਕ ਉਹ ਜਿਹਾ ਵਜੂਦ ਜਿਹੜਾ ਪਹਿਲਾਂ ਸੀਗਾ ਉਹ ਨਹੀਂ ਰਿਹਾ ਤੇ ਇਸ ਵਾਰ ਵੀ ਸਿਆਸੀ ਪੰਡਤ ਇਹ ਕਹਿੰਦੇ ਪਏ ਆ ਕਿ ਆਉਣ ਵਾਲੀਆਂ ਲੋਕ ਸਭਾ ਦੇ ਵਿੱਚ ਵੀ ਹੋ ਸਕਦਾ ਹੈ ਕਿ ਭਾਜਪਾ ਇੱਕ ਵਾਰ ਫਿਰ ਭਾਰੀ ਪਵੇ ਤੇ ਉਸ ਤੋਂ ਸਭ ਤੋਂ ਵੱਧ ਜੇਕਰ, ਕਿਉਂਕਿ ਦੇਖੋ ਪੰਜਾਬ ਦੀ ਇੱਕ ਅਜਿਹਾ ਇਤਿਹਾਸ ਰਿਹਾ ਏ ਜਦੋਂ ਵੱਡੀਆਂ ਸ਼ਕਤੀਆਂ ਨੂੰ ਪੰਜਾਬ ਨੇ ਢਾਹ ਲਾਈ ਆ, ਉਹ ਕੋਈ ਵੀ ਸ਼ਕਤੀ ਹੋਵੇ, ਉਹ ਅੰਗਰੇਜ਼ਾਂ ਦੀ ਹੋਵੇ, ਉਹ ਮੁਗਲਾਂ ਦੀ ਹੋਵੇ ਜਾਂ ਫਿਰ ਪੰਜਾਬ ਪੀਰਾਂ ਦੀ ਧਰਤੀ ਮੰਨਿਆ ਜਾਂਦਾ ਹੈ ਤੇ ਪੰਜਾਬ ਤੇ ਲੋਕ ਪੂਰੀ ਦੁਨੀਆ ਦੇ, ਪੂਰੇ ਦੇਸ਼ ਦੇ ਲੋਕ ਹੁਣ ਇਸ ਕਰਕੇ ਮਾਣ ਕਰਨ ਲੱਗ ਪਏ ਨੇ ਕਿਉਂਕਿ ਅਜਿਹਾ ਖੇਤੀ ਕਾਨੂੰਨ ਜਿਹੜਾ ਕਿ ਲੋਕ ਸਭਾ ਦੇ ਵਿੱਚ, ਵਿਧਾਨ ਸਭਾ ਦੇ ਵਿੱਚ ਪਾਸ ਹੋ ਗਿਆ ਸੀ, ਸਭ ਤੋਂ ਵੱਡਾ ਅੰਦੋਲਨ ਦੁਨੀਆ ਦੇ ਵਿੱਚ ਚੱਲਿਆ ਤੇ ਉਹ ਕਾਨੂੰਨ ਵਾਪਸ ਲੈ ਕੇ ਤੇ ਲੋਕ ਜੀ ਕਾਨੂੰਨ ਵਾਪਸੀ ਤੁਸੀਂ ਗੱਲ ਕੀਤੀ ਹੈ। ਕਾਨੂੰਨ ਵਾਪਸੀ ਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਮਸਲਾ ਸੀ ਜੁੜਿਆ ਹੋਇਆ ਸੀ। ਕਾਨੂੰਨ ਵਾਪਸੀ ਤਾਂ ਹੈ ਹੀ ਹੈ ਸੀ, ਪਰ ਜਿਹੜੀ ਸੰਯੁਕਤ ਕਿਸਾਨ ਮੋਰਚਾ ਸੀ, ਉਹ ਜਿੰਨੀਆਂ ਵੀ ਜਥੇਬੰਦੀਆਂ ਸੀ, ਉਹ ਇੱਕ ਗੱਲ ਨੂੰ ਲੈ ਕੇ ਅੜੀਆਂ ਹੋਈਆਂ ਸੀ ਕਿ ਐਮਐਸਪੀ ਤੇ ਗਰੰਟੀ ਬਣਾਓ, ਕਿਉਂਕਿ ਪੰਜਾਬ ਤੇ ਹਰਿਆਣਾ ਦੀ ਪ੍ਰੋਕਿਉਰਮੈਂਟ ਠੀਕ ਹੈ, ਕਮ ਸੇ ਕਮ ਝੋਨੇ ਤੇ ਕਣਕ ਤੇ ਤਾਂ ਮਿਲਦੀ ਐਮਐਸਪੀ, ਭਾਵੇਂ ਉਹਨੂੰ ਐਮਐਸਪੀ ਦਾ ਨਾਂ ਨਹੀਂ ਦਿੱਤਾ ਜਾਂਦਾ ਪਰ ਰੇਟ ਕੁਛ ਤੈਅ ਹੋ ਜਾਂਦਾ ਆ। ਬਾਕੀ ਬਿਹਾਰ ਹੋ ਗਿਆ, ਯੂਪੀ ਹੋ ਗਿਆ, ਜਿੰਨੇ ਵੀ ਖੇਤੀ ਪ੍ਰਧਾਨ ਸੂਬੇ ਨੇ ਉਹਨਾਂ ਉੱਪਰ ਐਮਐਸਪੀ ਦੀ ਕੋਈ ਪ੍ਰਾਵਧਾਨ ਹੀ ਹੈ ਨਹੀਂ, ਕਿਉਂਕਿ ਜਿਹੜੇ ਬਿਹਾਰ ਦੇ ਲੋਕ ਨੇ, ਯੂਪੀ ਦੇ ਲੋਕ ਨੇ, ਪੰਜਾਬ ਆ ਕੇ ਕੰਮ ਕਰਦੇ, ਉਹ ਆਪ ਕਹਿੰਦੇ ਸਾਡੇ ਕੋਲ ਜ਼ਮੀਨਾਂ ਨੇ ਪਰ ਸਾਨੂੰ ਰੇਟ ਨਹੀਂ ਮਿਲਦਾ। ਕਲੇਰ ਸਾਹਿਬ, ਐਮਐਸਪੀ ਦੀ ਗੱਲ ਉਹਨਾਂ ਨੇ ਰੱਖੀ ਜ਼ਰੂਰ ਸੀ ਤੇ ਜਦੋਂ ਗੁਰਪੁਰਬ ਦੇ ਨੇੜੇ ਮੋਦੀ ਜੀ ਨੇ ਜਿਹੜਾ ਕਾਨੂੰਨ ਵਾਪਸੀ ਦਾ ਕਹਿ ਦਿੱਤਾ ਸੀ ਕਿ ਸਾਡੀ ਜਿਹੜੇ ਲੋਕ ਨੇ, ਸਾਡੀ ਸਰਕਾਰ ਸਮਝਾਉਣ ਦਾ ਸਫਰ ਰਹੇ ਆ ਤਾਂ ਅਸੀਂ ਕਾਨੂੰਨ ਵਾਪਸ ਲਵਾਂਗੇ, ਤਾਂ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਅਸੀਂ ਐਮਐਸਪੀ ਦੀ ਗਾਰੰਟੀ ਲੈ ਬਿਨਾਂ ਨਹੀਂ ਜਾਵਾਂਗੇ ਤੇ ਦੂਜੀ ਗੱਲ ਕਹੀ ਸੀ ਕਿ ਕਾਨੂੰਨ ਵਾਪਸੀ ਲਿਖਤ 'ਚ ਹੋਣੇ ਚਾਹੀਦੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ, ਉਹ ਹੋ ਗਿਆ ਪਰ ਐਮਐਸਪੀ ਦੀ ਗੱਲ ਉੱਥੇ ਰਹਿ ਗਈ ਹੈ ਕਿ ਅੱਜ ਐਮਐਸਪੀ ਦੀ ਗੱਲ ਨੂੰ ਲੈ ਕੇ ਵੀ ਕੋਈ ਵੱਡਾ ਐਲਾਨ ਹੋ ਸਕਦਾ। ਦੇਖੋ ਐਮਐਸਪੀ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਆਮ ਜਨਤਾ ਨੂੰ ਕਈ ਵਾਰ ਅਜਿਹੀਆਂ ਚੀਜ਼ਾਂ ਤੇ ਨੌਲੇਜ ਨਹੀਂ ਹੁੰਦੀ ਕਿ ਮਿਨੀਮਮ ਸਪੋਰਟ ਪ੍ਰਾਈਸ ਦੀ ਗੱਲ ਕਰਦੇ ਆ। ਇੱਕ ਸਮਾਂ ਸੀਗਾ ਜਦੋਂ ਦੇਸ਼ ਆਜ਼ਾਦ ਹੋਇਆ, ਆਜ਼ਾਦੀ ਤੋਂ ਬਾਅਦ ਜਿਹੜਾ ਦੇਸ਼ ਦਾ ਕਿਸਾਨ ਸੀ ਜਿਹੜਾ ਕਿ ਆਪਣੇ ਖੇਤਾਂ ਦੇ ਵਿੱਚ ਸਾਰਾ ਦਿਨ ਹਲ ਜੋੜਦਾ ਸੀ ਪਰ ਉਹ ਸਾਰੀ ਜਿਹੜੀ ਧਨ ਸੀਗਾ, ਸਾਰੀ ਫਸਲ ਸੀ, ਅੰਗਰੇਜ਼ ਲੈ ਜਾਂਦੇ ਸੀਗੇ। ਉਸ ਤੋਂ ਬਾਅਦ ਸਵਾਮੀਨਾਥਨ ਇੱਕ ਅਜਿਹੇ ਸ਼ਖਸ ਹੋਏ ਆ ਜਿਨ੍ਹਾਂ ਨੇ ਇਹ ਗੱਲ ਦਾ ਦਾਅਵਾ ਕੀਤਾ ਸੀ ਕਿ ਮਿਨੀਮਮ ਸਪੋਰਟ ਪ੍ਰਾਈਸ ਤੇ ਕਿਸਾਨਾਂ ਨੂੰ ਮੁਆਵਜ਼ਾ ਮਿਲੇ, ਕਿਸਾਨਾਂ ਨੂੰ ਹਰੇਕ ਚੀਜ਼ ਸੁਵਿਧਾ ਮਿਲੇ। ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੇ ਵਿੱਚ ਸਾਡੇ ਦੇਸ਼ ਨੇ ਬੜਾ ਦੇਰੀ ਕੀਤੀ ਆ ਤੇ ਹਜੇ ਤੱਕ ਉਹ ਰਿਪੋਰਟ ਲਾਗੂ ਨਹੀਂ ਹੋ ਸਕੀ, ਜਿਹੜਾ ਕਿ ਮੇਨ ਸੂਬਾ ਵਾ ਦੇਸ਼ ਦਾ ਜਿੱਥੋਂ ਕਿ ਅਨਾਜ ਪੈਦਾ ਹੁੰਦਾ ਹੈ। ਉਸ ਤੋਂ ਬਾਅਦ ਗੱਲ ਚੱਲੇ ਮਿਨੀਮਮ ਸਪੋਰਟ ਪ੍ਰਾਈਸ ਦੀ। ਮਿਨੀਮਮ ਸਪੋਰਟ ਪ੍ਰਾਈਸ ਦੇ ਵਿੱਚ ਐਮਐਸਪੀ ਜਿਸ ਨੂੰ ਕਹਿੰਦੇ ਆ, ਉਸ ਦੇ ਵਿੱਚ ਦੇਖੋ ਸਾਡੇ ਦੇਸ਼ ਦੇ ਕਿਸਾਨਾਂ ਦੀ ਕਿੰਨੀ ਕੁ ਮਾੜੀ ਹਾਲਤ ਆ ਕਿ ਹਾਲੇ ਮਿਨੀਮਮ ਸਪੋਰਟ ਪ੍ਰਾਈਸ ਦੀ ਗੱਲ ਕਰਦੇ ਆ, ਜਦ ਕਿ ਸਭ ਤੋਂ ਵੱਧ ਜਿਹੜੀ ਕੀਮਤ ਆ, ਪੈਸਾ ਵਾ ਦੇਸ਼ ਦੇ ਵਿੱਚ ਆਰਥਿਕ ਤੌਰ ਤੇ ਉਹ ਕਿਸਾਨੀ ਤੋਂ ਆਉਂਦਾ ਹੈ। ਮੈਕਸਿਮਮ ਸਪੋਰਟ ਪ੍ਰਾਈਸ ਦੀ ਗੱਲ ਕਰਨੀ ਚਾਹੀਦੀ ਹੈ। ਲਾਕਡਾਊਨ ਦੇ ਵਿੱਚ ਜਿਹੜੀ ਜੀਡੀਪੀ ਸੀ ਉਹਦੇ ਵਿੱਚ ਖੇਤੀ ਹੀ ਉੱਪਰ ਸੀ, ਬਾਕੀ ਸਾਰੇ ਧੰਦੇ ਥੱਲੇ ਚਲੇ ਗਏ। ਜੀਡੀਪੀ ਇਹਦੀ ਮੇਨਟੇਨ ਸੀ, ਵੱਧ ਗਈ ਸੀ ਹਾਲਾਂਕਿ। ਜੀ ਸੋ ਚਲੋ ਠੀਕ ਹੈ, ਮਿਨੀਮਮ ਸਪੋਰਟ ਪ੍ਰਾਈਸ ਦੀ ਗੱਲ ਕਰਦੇ ਪਏ ਆ। ਦਾਅਵਾ ਇਹ ਕੀਤਾ ਜਾ ਰਿਹਾ ਹੈ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਜਿਵੇਂ ਹੀ ਫਿਰੋਜ਼ਪੁਰ ਧਰਤੀ ਤੇ ਆਉਣਗੇ ਤਾਂ ਸਭ ਤੋਂ ਪਹਿਲਾਂ ਤਾਂ ਉਹ ਮਿਨੀਮਮ ਸਪੋਰਟ ਪ੍ਰਾਈਸ ਨਹੀਂ ਸਗੋਂ ਦੀ ਕਿਸਾਨਾਂ ਦੇ ਲਈ ਕੋਈ ਵੱਡੇ ਜਿਹੜੇ ਰਾਹਤਾਂ ਦੀ ਗੱਲ ਕਰਦੇ ਪਏ ਨੇ। ਜਿਹੜਾ ਕਰਜ਼ਾ ਚੜਿਆ ਹੋਇਆ ਏ 3000 ਕਰੋੜ ਰੁਪਏ ਦਾ ਪੂਰੇ ਸੂਬੇ ਤੇ ਆ, ਸ਼ਾਇਦ ਉਸ ਤੇ ਕੋਈ ਵੱਡਾ ਐਲਾਨ ਕਰ ਸਕਦੇ ਆ ਤੇ ਨਾਲ ਦੀ ਨਾਲ ਹੀ ਕਿਸਾਨ, ਜਿਸ ਤਰ੍ਹਾਂ ਤੁਸੀਂ ਕਹਿੰਦੇ ਪਏ ਹੋ ਕਿ ਉਹਨਾਂ ਦੇ ਵੱਲੋਂ ਲਗਾਤਾਰ ਇਹ ਮੰਗਾਂ ਰੱਖੀਆਂ ਪਈਆਂ ਨੇ। ਬੀਤੀ ਰਾਤ 2 ਦਿਨ ਤੋਂ ਕਿਸਾਨਾਂ ਦੇ ਵੱਲੋਂ ਫਿਰੋਜ਼ਪੁਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਤ ਬਾਰਿਸ਼ ਪੈਂਦੀ ਪਈ ਸੀ ਪਰ ਕਿਸਾਨਾਂ ਨੇ ਦਾਅਵਾ ਕੀਤਾ ਕਿ ਅਸੀਂ ਉਹ ਲੋਕ ਜਿਹੜੇ ਫਿਰੋਜ਼ਪੁਰ ਦੇ ਵਿੱਚ ਰੈਲੀ 'ਚ ਸ਼ਾਮਿਲ ਹੋਣਗੇ, ਅਸੀਂ ਉਹਨਾਂ ਤੋਂ ਸਵਾਲ ਪੁੱਛਾਂਗੇ ਕਿ ਤੁਹਾਡੀਆਂ ਜ਼ਮੀਰਾਂ ਮਰ ਚੁੱਕੀਆਂ ਨੇ, ਕਿਉਂਕਿ ਲਗਾਤਾਰ ਪੀਐਮ ਮੋਦੀ ਦੇ ਵੱਲੋਂ ਤੇ ਭਾਜਪਾ ਦੇ ਵੱਲੋਂ ਖੇਤੀ ਕਾਨੂੰਨ ਦੇ ਨਾਲ ਕਿਸਾਨਾਂ ਦੀਆਂ ਜਿਹੜੀਆਂ ਮੇਨ ਮੰਗਾਂ ਵਾ ਹਾਲੇ ਤੱਕ ਉਹ ਮੰਨੀਆਂ ਨਹੀਂ ਗਈਆਂ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਤਿੰਨੇ ਖੇਤੀ ਕਾਨੂੰਨ ਵਾਪਸ ਲੈ ਲਏ ਗਏ, ਉਹਨਾਂ ਨੇ ਮਰਜ਼ੀ ਨਾਲ ਲਿਆਂਦੇ ਵਾਪਸ ਲੈ ਲਏ ਆ। ਪਰ ਤੋਮਰ ਸਾਹਿਬ ਦਾ ਵੀ ਬਿਆਨ ਆਇਆ ਕਿ ਅਸੀਂ ਦੁਬਾਰਾ ਵੀ ਲਿਆ ਸਕਦੇ ਹਾਂ। ਦੇਖੋ ਉਹ ਬਿਆਨ ਆਇਆ ਸੀ ਪਰ ਉਸ ਤੋਂ ਬਾਅਦ ਇੱਕ ਵਾਰ ਫੇਰ ਕਿਸੇ ਮੀਡੀਆ ਨੇ ਸਵਾਲ ਪੁੱਛਿਆ ਤਾਂ ਉਹ ਬਿਆਨ ਉਹਨਾਂ ਨੇ ਤੋੜ ਮਰੋੜ ਕੇ ਪੇਸ਼ ਕੀਤਾ ਕਿ ਉਹ ਦੁਬਾਰਾ ਲੈਣ ਦਾ ਮਤਲਬ ਇਹ ਹੈ ਕਿ ਅਸੀਂ ਇੱਕ ਵਾਰ ਫੇਰ ਉਸ ਹਿਸਾਬ ਦੇ ਕਾਨੂੰਨ ਬਣਾਵਾਂਗੇ। ਇਹ ਬੜੀ ਇੱਕ ਸਿਆਸੀ ਦਾਅ ਪੇਚ ਹੁੰਦੇ ਆ, ਇਹ ਆਉਣ ਵਾਲਾ ਸਮਾਂ ਦੱਸੂਗਾ। ਪਰ ਅੱਜ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਮੇਨ ਗੱਲ ਇਹ ਆ ਕਿ
ਕਾਂਗਰਸ ਦੇ ਸਾਬਕਾ ਮੁੱਖ ਮੰਤਰੀ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੇ ਨਾਲ ਜਿਵੇਂ ਬੀਤੇ ਦਿਨ ਜਿਹੜੇ ਹੋਰ ਵੀ ਫਤਿਹ ਜੰਗ ਬਾਜਵਾ ਜੁੜੇ ਆ, ਭਾਜਪਾ 'ਚ ਸ਼ਾਮਲ ਹੋਇਆ, ਤੇ ਨਾਲ ਦੀ ਨਾਲ ਹੀ ਹੋਰ ਵੱਡੇ ਲੀਡਰ ਜਿਹੜੇ ਜੁੜੇ ਆ, ਉਹ ਦਾਅਵਾ ਕਰਦੇ ਪਏ ਨੇ ਕਿ ਅਸੀਂ ਕਾਂਗਰਸ ਦੇ ਵਿੱਚੋਂ ਵੱਡੇ ਆਗੂ ਜਿਹੜੇ ਆ, ਵੱਡੇ ਮੰਤਰੀ ਖਿੱਚ ਕੇ ਲੈ ਜਾਾਂਗੇ। ਜੇ ਅਜਿਹਾ ਹੁੰਦਾ ਏ ਤਾਂ ਸਮੀਕਰਨ ਬੜੇ ਬਦਲਣਗੇ। ਸਭ ਤੋਂ ਪਹਿਲਾਂ ਤਾਂ ਸਮੀਕਰਨ ਇਹ ਬਦਲੂਗਾ ਕਿ ਆਮ ਆਦਮੀ ਪਾਰਟੀ ਜਿਹੜੀ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਬੜੀ ਹਾਈਕ ਤੇ ਸੀ ਪਰ ਜ਼ਮੀਨੀ ਪੱਧਰ ਤੇ ਨਹੀਂ ਸੀ, ਇਸ ਵਾਰ ਆਮ ਆਦਮੀ ਪਾਰਟੀ ਨੇ ਅਜਿਹਾ ਨਹੀਂ ਕੀਤਾ। ਨਾ ਤਾਂ ਸੋਸ਼ਲ ਮੀਡੀਆ ਤੋਂ ਇੰਨੀ ਹਾਈਕ ਲੈਣ ਦੀ ਕੋਸ਼ਿਸ਼ ਕਰਦੇ ਪਏ ਆ, ਕਿਉਂਕਿ ਉਹ ਸਮਾਂ ਸੀ ਜਦੋਂ ਸੁਖਪਾਲ ਸਿੰਘ ਖਹਿਰਾ ਵਿਰੋਧੀ ਧਿਰ ਦੇ ਨੇਤਾ ਸੀ ਤੇ ਉਹਨਾਂ ਦੀ ਜਿਹੜੀ ਕੋਈ ਵੀ ਪੋਸਟ ਹੁੰਦੀ ਸੀ ਉਹ ਲੱਖਾਂ ਦੇ ਵਿੱਚ ਜਾਂਦੀ ਸੀ ਤੇ ਉਹਨਾਂ ਦੇ ਕਮੈਂਟ ਦੇ ਵਿੱਚ ਇੱਕੋ ਹੀ ਗੱਲ ਹੁੰਦੀ ਸੀ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਜਿਤਾਵਾਂਗੇ। ਪਰ ਕੁਝ ਡਿਫਰੈਂਟ ਹੋਇਆ। ਉਹਦਾ ਮੇਨ ਕਾਰਨ ਜਿਹੜੇ ਰਹੇ ਆ ਉਹ ਇਹ ਰਹੇ ਸਨ ਕਿ ਮੌਕੇ ਤੇ ਟਿਕਟਾਂ ਵੰਡੀਆਂ ਗਈਆਂ ਬਾਹਰਲੇ ਬੰਦਿਆਂ ਨੂੰ, ਜਿਹੜੇ ਨਾਲ ਦੀ ਨਾਲ ਜੁਆਇਨ ਕਰ ਗਏ। ਜਿਹੜੇ ਉੱਥੇ ਲਗਾਤਾਰ ਆਮ ਲੋਕ ਵਰਕਰ ਸੀਗੇ, ਉਹ ਵਲੰਟੀਅਰ ਸੀਗੇ, ਕੰਮ ਕਰਦੇ ਰਹੇ ਆ, ਉਹਨਾਂ ਨੂੰ ਟਿਕਟਾਂ ਨਹੀਂ ਮਿਲੀਆਂ। ਤੇ ਇਸ ਵਾਰ ਵੀ ਅਜਿਹਾ ਹੁੰਦਾ ਲੱਗਦਾ ਪਿਆ ਏ। ਜਿਹੜੇ ਨਵੇਂ ਜੁੜਦੇ ਪਏ ਆ, ਤੇ ਮਜੀਠਾ ਤੋਂ ਵੀ ਤੁਹਾਨੂੰ ਗੱਲ ਕਰਦੇ, ਨਵੇਂ ਜਿਵੇਂ ਜੁੜੇ ਉਹਨਾਂ ਨੂੰ ਟਿਕਟ ਮਿਲ ਗਈ ਆ। ਸਮਾਂ ਦੱਸੇਗਾ ਕਿ ਹੁਣ ਅੱਜ ਦੀਆਂ ਜਿਹੜੀਆਂ ਰੈਲੀ ਤੋਂ ਬਾਅਦ ਕੌਣ ਜੁੜਦਾ ਹੈ ਤੇ ਉਸ ਦੀ ਕਿਸ ਤੇ ਢਾਹ ਲੱਗੇਗੀ। ਸਰ ਸਵਾਲ ਮੈਂ ਕੋਈ ਹੋਰ ਕਰਨਾ ਸੀ, ਪਰ ਇੱਕ ਨਾਲ ਜੁੜਦੀ ਗੱਲ ਲੀਡਰਾਂ ਦੇ ਸ਼ਾਮਲ ਹੋਣ ਦੀ। ਰਵਨੀਤ ਬਿੱਟੂ ਬੜੇ ਲੰਬੇ ਸਮੇਂ ਤੋਂ ਚੁੱਪ ਨੇ। ਉਹਨਾਂ ਉੱਪਰ ਚਾਹੇ ਮੀਡੀਆ ਹੋਵੇ, ਚਾਹੇ ਕੋਈ ਹੋਰ ਅਦਾਰੇ ਹੋਣ, ਚਾਹੇ ਰਾਜਨੀਤਿਕ ਪਾਰਟੀਆਂ ਹੋਣ, ਉਹਨਾਂ ਉੱਪਰ ਇੱਕ ਨਿਗਾਹ ਟਿਕਾਈ ਜਿਹੜੀ ਬੈਠੇ ਨੇ ਕਿ ਰਵਨੀਤ ਸਿੰਘ ਬਿੱਟੂ ਸ਼ਾਮਲ ਹੋ ਸਕਦੇ ਜਾਂ ਨਹੀਂ। ਦੇਖੋ, ਰਵਨੀਤ ਸਿੰਘ ਬਿੱਟੂ ਨੇ ਬੜੇ ਸ਼ਰੇਆਮ ਇੱਕ ਗੱਲ ਕੀਤੀ ਸੀ ਕਿ ਮੇਰਾ ਜਿਹੜਾ ਦਾਦੇ ਪੁਰਖੇ ਆ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਕਾਂਗਰਸ ਵਾਸਤੇ, ਤੇ ਨਾਲ ਦੀ ਨਾਲ ਹੀ ਉਹਨਾਂ ਨੇ ਇਹ ਗੱਲ ਕੀਤੀ ਸੀ ਕਿ ਮੈਂ ਕਾਂਗਰਸ ਦੇ ਵਿੱਚ ਰਹੂੰਗਾ। ਨਵਜੋਤ ਸਿੰਘ ਸਿੱਧੂ ਦੀ ਲਗਾਤਾਰ ਉਹ ਵਿਰੋਧਤਾ ਕਰਦੇ ਰਹੇ ਆ, ਉਹਨਾਂ ਦੀ ਤਾਲਮੇਲ ਨਹੀਂ ਬਣਦਾ, ਜਾਂ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਰਵੱਈਆ ਵਾ ਉਹ ਬੇਬਾਕ ਬੋਲਣ ਦਾ ਵਾ, ਜਾਂ ਨਵਜੋਤ ਸਿੰਘ ਸਿੱਧੂ ਨੇ ਬੜੀਆਂ ਪਾਰਟੀਆਂ ਬਦਲੀਆਂ। ਤੇ ਰਵਨੀਤ ਸਿੰਘ ਬਿੱਟੂ ਇਹ ਗੱਲ ਕਰਦੇ ਪਏ ਆ ਕਿ ਮੈਂ ਉਹੀ ਪਾਰਟੀ ਦੇ ਵਿੱਚ ਆ ਤੇ ਲਗਾਤਾਰ MP ਬਣਦਾ ਆ ਰਿਹਾ ਵਾਂ ਤੇ ਮੈਂ ਆਪਣੇ ਸੂਬੇ ਦੀ ਸੇਵਾ ਕਰਦਾ ਪਿਆ ਵਾਂ। ਤੇ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਿਆਸੀ ਪੰਡਿਤ ਵੀ ਇਹ ਗੱਲ ਕਰਦੇ ਪਏ ਆ, ਜੇਕਰ ਰਵਨੀਤ ਬਿੱਟੂ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਆ ਤਾਂ ਸਿੱਧਾ ਢਾਹ ਲੱਗੂਗੀ ਜਿਹੜੇ ਲੋਕ ਸਭਾ ਸੀਟਾਂ ਹੁੰਦੀਆਂ ਨੇ ਉਹ ਤੇ, ਕਿਉਂਕਿ ਜੇ MP ਪੱਧਰ ਤੇ ਕੋਈ ਅਜਿਹਾ ਬੰਦਾ ਚਲੇ ਜਾਵੇ ਤਾਂ ਉਹ ਬੜਾ ਖਾਮਿਆਜ਼ਾ ਜਿਹੜੇ ਲੋਕ ਸਭਾ ਦੇ ਅੰਦਰ ਹਲਕੇ ਆ ਜਾਂਦੇ ਆ, ਜਿਹੜੇ ਵਿਧਾਨ ਸਭਾ ਦੇ ਹਲਕੇ ਆ ਜਾਂਦੇ ਆ, ਉਹ MLA ਤੇ ਬੜਾ ਢਾਹ ਲੱਗ ਜਾਂਦੀ ਹੈ। ਦੂਸਰੀ ਗੱਲ, ਆਪਾਂ ਤੁਸੀਂ ਪਹਿਲਾਂ ਕਰਜ਼ਾ ਮਾਫੀ ਦੀ ਗੱਲ ਕੀਤੀ ਸੀ। ਕਰਜ਼ਾ ਮਾਫੀ ਨੂੰ ਨਾਲ ਕਿਉਂਕਿ ਕੱਲ ਪ੍ਰਕਾਸ਼ ਸਿੰਘ ਬਾਦਲ ਦਾ ਬਿਆਨ ਆਇਆ ਕਿ ਵਿਸ਼ੇਸ਼ ਪੈਕੇਜ ਪੰਜਾਬ ਨੂੰ ਚਾਹੀਦਾ, ਤਾਂ ਭਗਵੰਤ ਮਾਨ ਨੇ ਉਹਨਾਂ ਦੇ ਪ੍ਰਤੀਕਰਮ ਦਿੱਤਾ ਹੈ ਕਿ ਤੁਸੀਂ ਜਦੋਂ ਸਰਕਾਰ ਦੇ ਵਿੱਚ ਸੀਗੇ, ਤੁਹਾਡੇ ਉੱਪਰ ਮੋਦੀ ਸਾਹਿਬ ਹੀ ਸੀ, ਭਾਜਪਾ ਦੀ ਸਰਕਾਰ ਹੀ ਸੀ, ਉਦੋਂ ਵਿਸ਼ੇਸ਼ ਪੈਕੇਜਾਂ ਦੀ ਕਿਉਂ ਨਹੀਂ ਲੈ ਕੇ ਆਏ, ਉਦੋਂ ਵਿਸ਼ੇਸ਼ ਪੈਕੇਜ ਕਿਉਂ ਨਹੀਂ ਆਏ, ਹੁਣ ਵਿਸ਼ੇਸ਼ ਪੈਕੇਜ ਦੇਣਗੇ ਕਿਉਂ? ਜੇ ਦੇਣਗੇ ਤਾਂ ਉਹਨਾਂ ਦਾ ਪਿੱਛੇ ਰਾਜਨੀਤਿਕ ਲਾਭ ਹੋਏਗਾ। ਦੇਖੋ, ਮੈਂ ਫਿਰ ਉਹੀ ਗੱਲ ਕਰਦਾ, ਪੱਤਰਕਾਰਤਾ ਦੇ ਲੈਵਲ ਤੇ ਗੱਲ ਕਰਦਾ ਪਿਆ ਏ। ਇਹ ਸਿਰਫ ਭਾਜਪਾ ਤੇ ਇਲਜ਼ਾਮ ਨਹੀਂ, ਇਹ ਇਲਜ਼ਾਮ ਕਾਂਗਰਸ ਤੇ ਵੀ ਬਣਦੇ ਆ, ਇਹ ਇਲਜ਼ਾਮ ਬਾਕੀ ਪਾਰਟੀਆਂ ਤੇ ਵੀ ਬਣਦੇ ਆ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਿਖੇ ਨਹੀਂ 4 ਸਾਲ ਇੱਥੇ, ਤੇ ਜਿਵੇਂ ਇਲੈਕਸ਼ਨਾਂ ਨਜ਼ਦੀਕ ਆ ਗਈਆਂ ਤੇ ਉਹਨੂੰ ਡੇਰੇ ਲਾ ਲਏ ਪੰਜਾਬ ਦੇ ਵਿੱਚ, ਐਲਾਨ ਮੰਤਰੀ ਕਹਾਏ ਗਏ, ਐਲਾਨ ਕਰਦੇ ਪਏ ਨੇ। ਤੇ ਨਾਲ ਦੀ ਨਾਲ ਹੀ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਗਵੰਤ ਮਾਨ ਦੇ ਵੱਲੋਂ ਲਗਾਤਾਰ ਆਪਣੇ ਜ਼ਮੀਨੀ ਪੱਧਰ ਤੇ ਲੋਕਾਂ ਦੇ ਨਾਲ ਵਲੰਟੀਅਰ ਨਾਲ ਜੁੜ ਕੇ ਸੇਵਾ ਕੀਤੀ ਜਾ ਰਹੀ ਹੈ। ਪਰ ਭਗਵੰਤ ਮਾਨ ਦਾ ਨਾਮ ਕੱਲ ਹੀ ਸੁਰਖੀਆਂ ਦੇ ਵਿੱਚ ਆਇਆ ਕਿ ਉਹ CM ਚਿਹਰਾ ਅਨਾਉਂਸ ਹੋ ਸਕਦੇ ਆ, ਪਰ CM ਚਿਹਰੇ ਅਨਾਉਂਸ ਹੋਣ ਦੇ ਨਾਲ ਜਿਹੜੇ ਹਲਕਿਆਂ ਦੇ ਵਿੱਚ 114 117 ਸੀਟਾਂ ਵਾ, ਉੱਥੇ ਕੀ ਪ੍ਰੋਪਰ ਉਮੀਦਵਾਰ ਮਿਲਦੇ ਪਏ ਨੇ? ਇਹ ਬੜਾ ਇੱਕ ਵੱਡਾ ਸਵਾਲ ਹੈ। ਤੇ ਨਾਲ ਦੀ ਨਾਲ ਤੁਹਾਡਾ ਸਵਾਲ ਹੈ ਕਿ ਭਾਜਪਾ, ਦੇਖੋ ਭਾਜਪਾ ਦੀ ਗੱਲ ਇਸ ਤਰ੍ਹਾਂ ਵਾ ਕਿ ਭਾਜਪਾ ਵਾਲਿਆਂ ਨੂੰ ਵੀ ਹੱਕ ਉਨਾ ਹੀ ਮਿਲਦਾ ਵਾ, ਪਰ ਜੇਕਰ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਜਿਹੜੇ ਉਹ ਬੰਦੇ ਜਿਹੜੇ ਸਿਰਫ ਪੈਸੇ ਪਿੱਛੇ ਜਾਂ ਟਿਕਟ ਪਿੱਛੇ ਨਹੀਂ ਦੌੜਨਗੇ ਉਹ ਤਾਂ ਬਚ ਜਾਣਗੇ। ਜਿਹੜੇ ਇਹ ਦੌੜਨਗੇ ਕਿ ਮੈਨੂੰ ਟਿਕਟ ਨਹੀਂ ਮਿਲੀ ਆਪਣੇ ਹਲਕੇ ਤੋਂ, ਤਾਂ ਉਹ ਜ਼ਰੂਰ ਭਾਜਪਾ ਦੇ ਵਿੱਚ ਸ਼ਾਮਲ ਹੋਣ ਲਈ ਜਾ ਸਕਦੇ ਨੇ। ਕਿਉਂਕਿ ਇੱਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਇਹ ਗੱਲ ਦਾ ਜ਼ਿਕਰ ਕੀਤਾ ਸੀ ਕਿ ਸਾਨੂੰ ਸਿਰਫ ਕੌਂਸਲਰ ਨੂੰ 50-50 ਲੱਖ ਰੁਪਏ ਦਾ ਵੀ ਇੱਕ ਆਫਰ ਹੋਇਆ। ਇਹ ਤੁਹਾਡੇ ਨਾਲ ਹੀ ਮਿਲਦੀ ਜੁਲਦੀ ਗੱਲ ਕਹਿ ਦਿੰਦਾ ਕਿ ਸੰਗਰੂਰ ਸੀਟ ਦੇ ਉੱਪਰ ਨਰਿੰਦਰ ਕੌਰ ਭਰਾ ਨੂੰ ਦਿੱਤੀ ਗਈ ਹੈ, ਤਾਂ ਹਾਲਾਂਕਿ ਉੱਥੇ ਬਾਂਸਲ ਸਾਹਿਬ ਵੀ ਸੀਗੇ। ਉਹ ਜਦੋਂ ਦਾ ਜਿੰਨਾ ਪਿੱਛੋਂ ਤੋਂ ਨਰਿੰਦਰ ਭਰਾ ਜੀ ਚੱਲ ਰਹੇ ਸੀ ਉਹਨਾਂ ਹੀ ਉਹ ਚੱਲ ਰਹੇ ਸੀ, ਉਹਨਾਂ ਨੇ ਵੀ ਖੈਰ ਵਿਰੋਧ ਕੀਤਾ ਆ। ਦੂਜਾ ਸਵਾਲ ਸਰ ਇਹ ਹੈ ਕਿ ਜਿਹੜੇ ਚੰਡੀਗੜ੍ਹ ਦੇ ਵਿੱਚ ਚੁਣਾਵ ਹੋਏ ਸੀ, ਵੋਟਾਂ ਪਈਆਂ ਸੀ, ਉਹਦੇ ਵਿੱਚ ਭਾਜਪਾ ਭਾਵੇਂ 12 ਸੀਟਾਂ ਲਈਆਂ ਸੀ ਤੇ ਆਪਣੇ ਆਮ ਆਦਮੀ ਪਾਰਟੀ ਨੇ 14, ਪਰ ਇੱਕ ਮੰਗ ਬੀਇੰਗ ਅ ਪੰਜਾਬੀ ਹੋਣ ਦੇ ਨਾਤੇ, ਚਾਹੇ ਉਹ ਪੰਜਾਬ ਹੋ ਚਾਹੇ ਹਰਿਆਣਾ ਹੋਵੇ, ਚੰਡੀਗੜ੍ਹ ਨੂੰ ਰਹਿ ਕੇ ਕਾਟੋ ਕਲੇਸ਼ ਬਹੁਤ ਰਹਿੰਦਾ। ਚੰਡੀਗੜ੍ਹ ਕਿਹਨੂੰ ਦੇਣਾ ਚਾਹੀਦਾ ਜਾਂ ਕਿਹਨੂੰ ਨਹੀਂ ਦੇਣਾ ਚਾਹੀਦਾ। ਹਾਲਾਂਕਿ ਹਰਿਆਣਾ ਵਿੱਚ ਤਾਂ ਸਰਕਾਰ ਭਾਜਪਾ ਦੀ ਹੈ ਹੀ ਹੈ ਜੀ,
ਪੰਜਾਬ ਦੇ ਵਿੱਚ ਸਰਕਾਰ ਨੂੰ ਲੈ ਕੇ ਆਉਣ ਲਈ ਜੇ ਚੰਡੀਗੜ੍ਹ ਬਾਰੇ ਕੋਈ ਐਲਾਨ ਹੁੰਦਾ ਹੈ ਵੀ ਚੰਡੀਗੜ੍ਹ ਨੂੰ ਪੰਜਾਬ ਦੀ ਰਾਜਧਾਨੀ ਬਣਾ ਦਿੰਦੇ ਆ ਜਾਂ ਕੁਝ ਹੋਰ, ਇਹੋ ਜਿਹਾ ਕੋਈ ਐਲਾਨ ਹੋ ਸਕਦਾ ਹੈ ਤੁਹਾਡੇ ਅਨੁਸਾਰ ਜਾਂ ਨਹੀਂ? ਦੇਖੋ, ਤੁਸੀਂ ਪਹਿਲਾਂ ਸੰਗਰੂਰ ਦੀ ਗੱਲ ਕੀਤੀ ਹੈ, ਨਰਿੰਦਰ ਜੀ ਦੀ ਗੱਲ ਕੀਤੀ ਆ। ਨਰਿੰਦਰ ਉਹ ਲੜਕੀ ਸੀਗੀ ਜਦੋਂ ਸੰਗਰੂਰ ਦੇ ਵਿੱਚ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਨੂੰ ਸਿਰਫ ਟੈਂਟ ਲਾਉਣ ਵਾਸਤੇ ਜਗ੍ਹਾ ਨਹੀਂ ਮਿਲਦੀ ਸੀ, ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਟੈਂਟ ਲਾਇਆ ਸੀਗਾ ਫਰਾਜ ਪਿੰਡ। ਠੀਕ ਹੈ। ਉਸ ਤੋਂ ਬਾਅਦ ਸੰਗਰੂਰ ਦੇ ਵਿੱਚ ਜਿਵੇਂ ਭਗਵੰਤ ਮਾਨ ਦੇ ਵੱਲੋਂ ਕੰਮ ਕੀਤੇ ਗਏ, ਤਾਂ ਜਿਵੇਂ ਹੀ ਵਲੰਟੀਅਰ ਪੱਧਰ ਤੇ ਉਸ ਲੜਕੀ ਨੂੰ ਟਿਕਟ ਮਿਲੀ ਆ, ਤਾਂ ਇੱਕ ਲੇਡੀਜ਼ ਦੇ ਵਿੱਚ, ਔਰਤਾਂ ਦੇ ਵਿੱਚ ਜਜ਼ਬਾ ਭਰਿਆ ਗਿਆ ਏ, ਦੂਸਰੇ ਪਾਸੇ ਵਲੰਟੀਅਰਾਂ ਦੇ ਵਿੱਚ ਵੀ ਜਜ਼ਬਾ ਭਰਿਆ ਗਿਆ ਹੈ, ਕਿਉਂਕਿ ਵਲੰਟੀਅਰ ਇਹ ਦਾਅਵਾ ਹਮੇਸ਼ਾ ਕਰਦੇ ਰਹਿੰਦੇ ਆ ਕਿ ਅਸੀਂ ਕੋਈ ਖੇਤਾਂ ਤੋਂ ਮੁੜਦਾ ਵਾ, ਕੋਈ ਨਾਲੀਆਂ ਸਾਫ਼ ਕਰਦਾ ਵਾ, ਕਿਸੇ ਦੇ ਭੋਗ ਆ, ਕਿਸੇ ਦੇ ਵਿਆਹ ਸ਼ਾਦੀ ਆ, ਵਲੰਟੀਅਰ ਹੀ ਹਮੇਸ਼ਾ ਮੂਹਰੇ ਰਹਿੰਦੇ ਆ, ਕਿਉਂਕਿ ਲੀਡਰ ਆਉਂਦਾ ਵਾ ਆਪਣੀ ਸਪੀਚ ਦੇ ਕੇ ਚਲੇ ਜਾਂਦਾ, ਉਹ ਪੂਰਾ ਉਸ ਤੋਂ ਪਹਿਲਾਂ ਕਿਵੇਂ ਇਕੱਠ ਕਰਨਾ, ਕਿਵੇਂ ਅਰੇਂਜਮੈਂਟ ਕਰਨੀ ਆ, ਉਸ ਤੋਂ ਬਾਅਦ ਕਿਵੇਂ ਵਾਈਂਡ ਅਪ ਕਰਨਾ, ਉਹ ਵਲੰਟੀਅਰ ਸਿਰ ਤੇ ਹੁੰਦਾ। ਤੇ ਜੇਕਰ ਵਲੰਟੀਅਰ ਨੂੰ ਇੱਕ ਉਮੀਦਵਾਰੀ ਟਿਕਟ ਮਿਲਦੀ ਆ ਤਾਂ ਬੜੀ ਚੰਗੀ ਗੱਲ ਕੀਤੀ ਆ ਆਮ ਆਦਮੀ ਪਾਰਟੀ ਦੇ ਵੱਲੋਂ। ਦੂਸਰੀ ਗੱਲ, ਭਾਜਪਾ ਦੀ ਗੱਲ, ਚੰਡੀਗੜ੍ਹ ਦੀ ਗੱਲ ਕਰਦੇ ਪਏ ਆ, ਤੇ ਅੱਜ ਇਹ ਵੀ ਨਾਲ ਦੀ ਨਾਲ ਹੀ ਸੁਰਖੀਆਂ ਨੇ ਅਖਬਾਰਾਂ ਦੀਆਂ ਕਿ ਨਰਿੰਦਰ ਮੋਦੀ ਦੇਸ਼ ਦੇ PM ਆ, ਉਹ ਪੰਜਾਬ ਨੂੰ ਚੰਡੀਗੜ੍ਹ ਦੇ ਸਕਦੇ ਆ। ਉਸ ਦੇ ਦੋ ਕਾਰਨ ਜਿਹੜੇ ਮੁੱਖ ਮੰਨੇ ਜਾ ਰਹੇ ਆ। ਪਹਿਲਾ ਕਾਰਨ ਇਹ ਆ ਕਿ ਟੈਰੀਟਰੀਜ਼ ਜਿਹੜੀਆਂ ਹੁੰਦੀਆਂ ਵਾ ਪੂਰੇ ਦੇਸ਼ ਦੇ ਵਿੱਚ, ਉਸ ਨੂੰ ਤਾਂ ਵੰਡਿਆ ਜਾਂਦਾ ਹੈ ਕਿ ਜਿਹੜੀਆਂ ਕਿ ਦੋਹਾਂ ਸੂਬਿਆਂ ਦੇ ਵਿੱਚ ਕੋਈ ਕਲੇਸ਼ ਨਾ ਹੋਵੇ। ਪਹਿਲੀ ਗੱਲ ਇਹ ਆ। ਦੂਸਰੀ ਗੱਲ ਇਹ ਆ ਕਿ ਹਰਿਆਣਾ ਭਾਜਪਾ ਵਾ, ਤੇ ਭਾਜਪਾ ਦੇ ਨਾਲ ਨਾਲ ਹਜੇ 2 ਸਾਲ ਹਰਿਆਣੇ ਕੋਲ ਪਏ ਆ, ਤੇ ਜੇਕਰ ਪੰਜਾਬ ਨੂੰ ਚੰਡੀਗੜ੍ਹ ਮਿਲ ਜਾਂਦਾ ਵਾ ਤੇ ਵੋਟ ਬੈਂਕ ਪੂਰਾ ਚੰਡੀਗੜ੍ਹ ਦਾ, ਤਾਂ ਇੱਕ ਤਾਂ ਭਾਜਪਾ ਨੂੰ ਮਿਲ ਹੀ ਜਾਣਾ ਵਾ, ਡਾਈਵਰਟ ਹੋ ਜਾਣਾ। ਦੂਸਰੀ ਗੱਲ, ਸ਼ਹਿਰੀ ਵੋਟ ਬੈਂਕ ਬਹੁਤ ਵੱਡੇ ਪੱਧਰ ਤੇ ਭਾਜਪਾ ਨੂੰ ਮਿਲ ਜਾਣਾ। ਤੀਸਰੀ ਗੱਲ, ਜੇਕਰ ਚੰਡੀਗੜ੍ਹ ਪੰਜਾਬ ਦੇ ਵਿੱਚ ਆਉਂਦਾ ਵਾ ਤਾਂ ਜਿਹੜੀ ਸ਼ਕਤੀ ਆ ਉਹ ਫੇਰ ਭਾਜਪਾ ਦੇ ਹੱਥ ਚਲੇ ਜਾਣੀ ਆ। ਉਹਦਾ ਕਾਰਨ ਇਹ ਆ ਕਿ ਹੁਣ ਦੀ ਘੜੀ ਦੇ ਵਿੱਚ ਪੰਜਾਬ ਦੇ ਵਿੱਚ ਜਿਹਨੂੰ ਕੈਪੀਟਲ ਕਹਿ ਦਿੰਦੇ ਆ, ਉਹ ਕਹਾਉਂਦੀ ਨਹੀਂ ਕੋਈ ਵੀ। ਲੁਧਿਆਣਾ ਵੱਡਾ ਸੂਬਾ ਮੰਨਿਆ ਜਾਂਦਾ ਵਾ, ਉਸ ਤੋਂ ਬਾਅਦ ਜਲੰਧਰ, ਅੰਮ੍ਰਿਤਸਰ, ਬਠਿੰਡਾ ਅਲੱਗ-ਅਲੱਗ ਵੰਡੇ ਹੋਏ ਆ, ਮਾਝਾ, ਮਾਲਵਾ, ਦੁਆਬਾ। ਜਦੋਂ ਚੰਡੀਗੜ੍ਹ ਪੂਰੀ ਸ਼ਕਤੀ ਆ ਗਈ ਭਾਜਪਾ ਦੇ ਕੋਲ, ਤਾਂ ਪੂਰਾ ਪੰਜਾਬ ਚੰਡੀਗੜ੍ਹ ਤੋਂ ਚੱਲਿਆ ਕਰੂਗਾ, ਤੇ ਜਿਹੜਾ ਪੈਸਾ ਵਾ ਉਹ ਚੰਡੀਗੜ੍ਹ ਤੋਂ ਹੀ ਅੱਗੇ ਪਿੱਛੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਹੋ ਸਕਦਾ ਹੈ ਕਿ ਉਸ ਦੀ ਵਰਤੋਂ ਕੀਤੀ ਜਾ ਸਕੇ। ਉਹ ਵਰਤੋਂ ਕਿਵੇਂ ਕੀਤੀ ਜਾਣ ਵਾਲੀ ਹੈ ਸਮਾਂ ਦੱਸੇਗਾ, ਪਰ ਹਾਲੇ ਤੱਕ ਜੇਕਰ ਚੰਡੀਗੜ੍ਹ ਮਿਲ ਗਿਆ ਪੰਜਾਬ ਨੂੰ ਤਾਂ ਵੋਟ ਜਿਹੜੀ ਆ, ਵੋਟ ਬੈਂਕ ਆ, ਬਹੁਤ ਭਾਜਪਾ ਦੇ ਪੱਖ ਵਿੱਚ ਜਾ ਸਕਦਾ। ਕਿਉਂਕਿ ਦੇਖੋ, ਜਦੋਂ ਵੀ ਭਾਜਪਾ ਦੇ ਲੀਡਰਾਂ ਨਾਲ ਗੱਲ ਕੀਤੀ, ਚਾਹੇ ਉਹ ਗਰੇਵਾਲ ਸਾਹਿਬ ਹੋਣ, ਚਾਹੇ ਕੋਈ ਹੋਰ ਨੇਤਾ ਹੋਵੇ, ਜਦੋਂ ਵੀ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਉਹਨੇ ਇੱਕੋ ਗੱਲ ਰੱਟ ਲਾਈ ਹੋਈ ਹੈ, ਤੁਸੀਂ 2022 ਦੇ ਵਿੱਚ ਸਰਕਾਰ ਬਣਦੀ ਦੇਖਿਓ, 2022 ਦੀ ਸਰਕਾਰ ਬਣਦੀ ਦੇਖਿਓ। ਹੁਣ ਗੱਲ ਆ ਜਿਹਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਉੱਤੇ, ਇਹਦੇ ਉੱਪਰ, ਕਿਉਂਕਿ ਦੇਖੋ ਜਿਹੜੇ ਆਪਾਂ ਸਵਾਲ ਇਕੱਠੇ ਕੀਤੇ ਨੇ, ਇਹ ਕਿਸੇ ਇੱਕ ਬੰਦੇ ਦੇ ਨਹੀਂ, ਅਲੱਗ-ਅਲੱਗ ਲੋਕਾਂ ਦੇ, ਜਿਵੇਂ ਕੁਝ ਜਥੇਬੰਦੀਆਂ ਨੇ, ਉਹਨਾਂ ਦੇ ਸਵਾਲ ਨੇ ਕਿ ਕਰਤਾਰਪੁਰ ਲਾਂਘੇ ਵਾਸਤੇ ਜਿਹੜੀ ਪਾਸਪੋਰਟ ਦਾ ਹੈਗਾ ਆ, ਵੀ ਉਹਨੂੰ ਖਤਮ ਕਰਨਾ ਚਾਹੀਦਾ, ਵੀ ਵੀਜ਼ਾ ਸਿਸਟਮ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹ ਨੇੜੇ ਹੀ ਪੈ ਜਾਂਦਾ, ਆਪਣੇ ਬਾਰਡਰ ਤੋਂ ਨੇੜੇ, ਕੋਈ ਜ਼ਿਆਦਾ ਦੂਰ ਹੈ ਨਹੀਂ। ਤਾਂ ਇਹ ਵੀ ਕੋਈ ਹੋ ਸਕਦਾ, ਪਰ ਕਿਉਂਕਿ ਇੰਟਰਨੈਸ਼ਨਲ ਮਸਲਾ ਹੈ, ਭਾਵੇਂ ਪਾਕਿਸਤਾਨ ਸਾਡਾ ਗੁਆਂਢੀ ਸੂਬਾ ਹੀ ਹੈ, ਪਰ ਹੈ ਤਾਂ ਇੰਟਰਨੈਸ਼ਨਲ ਹੀ ਆ। ਇਹਦੇ ਉੱਪਰ ਵੀ ਕੋਈ ਐਲਾਨ ਹੋ ਸਕਦਾ ਹੈ ਆਉਣ ਵਾਲੇ ਸਮੇਂ 'ਚ, ਅੱਜ ਨਹੀਂ। ਬੀਤੇ ਦਿਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਪੋਸਟ ਪਾਈ ਆ, ਉਹਨਾਂ ਨੇ ਅਪੀਲ ਕੀਤੀ ਹੈ ਦੋਨੇ, ਇੱਕ ਤਾਂ ਦੇਸ਼ ਦੇ ਆਪਣੇ ਮੁੱਖ ਮੰਤਰੀ ਨੂੰ ਚਰਨਜੀਤ ਚੰਨੀ ਨੂੰ, ਪੰਜਾਬ ਦੇ, ਤੇ ਨਾਲ ਦੀ ਨਾਲ ਪਾਕਿਸਤਾਨ ਦੇ PM ਨੂੰ, ਕਿ ਜਿਹੜੀ ਟਿਕਟ ਲਾਈ ਗਈ ਆ $20 ਉਸ ਨੂੰ ਘਟਾਇਆ ਜਾਵੇ। ਦੂਸਰੀ ਗੱਲ, ਪਾਸਪੋਰਟ ਦੀ ਗੱਲ ਕੀਤੀ ਆ, ਕਹਿੰਦੇ ਵੀ ਆਮ ਲੋਕ ਵਾ, ਕਈਆਂ ਦੇ ਕੋਲ ਪਾਸਪੋਰਟ ਨਹੀਂ ਬਣੇ ਹੁੰਦੇ, ਤੇ ਕਈਆਂ ਨੂੰ ਬਾਹਰ ਜਾਣ ਦਾ ਮੌਕਾ ਨਹੀਂ ਮਿਲਦਾ, ਉਹ ਕਈ ਵਾਰ ਉਹ ਬੈਠੇ ਹੀ ਉਹ ਪੁਰਾਣੇ ਹੋ ਜਾਂਦੇ ਆ, ਹਨਾ। ਤਾਂ ਅਸੀਂ ਆਧਾਰ ਕਾਰਡ ਦੇ ਸਿਰ ਤੇ ਉਹਨਾਂ ਨੇ ਅਪੀਲ ਕੀਤੀ ਆ ਕਿ ਦੋਹੇ ਮੁੱਖ ਮੰਤਰੀ PM ਤੇ CM ਮਿਲ ਕੇ ਇਸ ਗੱਲ ਦਾ ਫੈਸਲਾ ਕਰਨ ਕਿ ਸ਼ਰਧਾਲੂਆਂ ਨੂੰ ਜਿਹੜੇ ਗੁਰੂ ਨਾਨਕ ਨਾਮ ਲੇਵਾ ਵਾ ਉਹਨਾਂ ਨੂੰ ਇਸ ਸਹੂਲਤ ਦਿੱਤੀ ਜਾਵੇ। ਤੇ ਨਾਲ ਦੀ ਨਾਲ ਹੀ ਜੇਕਰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਕਰਤਾਰਪੁਰ ਸਾਹਿਬ ਲਾਂਘੇ ਤੇ ਕੋਈ ਵੱਡਾ ਐਲਾਨ ਕਰਦੇ ਆ, ਤਾਂ ਇਸ ਨਾਲ ਇਹ ਜ਼ਰੂਰ ਹੋਵੇਗਾ ਕਿ ਜਿਹੜੇ ਗੁਰੂ ਨਾਨਕ ਨਾਮ ਲੇਵਾ ਵਾ ਉਹਨਾਂ ਨੂੰ ਨੈਗੇਟਿਵਿਟੀ ਘਟ ਜਾਣੀ ਉਹਨਾਂ ਦੇ ਵਿੱਚ, ਕਿਉਂਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਅਸੀਂ ਅਰਦਾਸ ਦੇ ਵਿੱਚ ਕਹਿੰਦੇ ਸਨ ਕਿ ਵਿਛੜੇ ਗੁਰੂ ਧਾਮਾਂ ਦੇ ਸਾਨੂੰ ਦਰਸ਼ਨ ਦਿਦਾਰੇ ਹੋਣ, ਉਹ ਪੂਰੇ ਹੋ ਗਏ ਸੀਗੇ। ਉਸ ਤੋਂ ਬਾਅਦ ਕੋਵਿਡ ਆ ਗਿਆ, ਇੱਕ ਵਾਰ ਫੇਰ ਰਸਤੇ ਬੰਦ ਹੋ ਗਏ, ਤੇ ਉਸ ਤੋਂ ਬਾਅਦ ਕਈ ਵਾਰ ਅਜਿਹੀਆਂ ਵੀ ਚਾਲਾਂ ਜਿਹੜੇ ਅੱਤਵਾਦੀ ਜਿਹਨੂੰ ਕਹਿ ਦਿੰਦੇ, ਜਿਹੜੀਆਂ ਮਾੜੀਆਂ ਤਾਕਤਾਂ ਵਾ, ਉਹਨਾਂ ਦੇ ਵੱਲ ਚੱਲਣ ਦੀ ਕੋਸ਼ਿਸ਼ ਕੀਤੀ ਗਈ ਕਿ ਪੰਜਾਬ ਦੇ ਵਿੱਚ ਤੇ ਦੂਸਰੇ ਦੇਸ਼ ਦੇ ਵਿੱਚ, ਪਾਕਿਸਤਾਨ ਦੇ ਵਿੱਚ ਕਰਤਾਰਪੁਰ ਸਾਹਿਬ ਲਾਂਘੇ ਦੇ ਰਾਹੀਂ ਅਜਿਹੀ ਕੋਈ ਚੀਜ਼ ਕੀਤੀ ਜਾਵੇ ਕਿ
ਢਾਹ ਲੱਗੇ ਧਾਰਮਿਕ ਪੱਧਰ ਤੇ, ਕਿਉਂਕਿ ਕਹਿੰਦੇ ਕਿਸੇ ਦੇਸ਼ ਦੀ ਕੋਈ ਚੀਜ਼ ਨਹੀਂ ਹਿਲਾਉਣੀ ਆ ਤਾਂ ਧਾਰਮਿਕ ਪੱਧਰ ਤੇ ਹਿਲਾ ਸਕਦੇ ਆ। ਸੋ ਇਸ ਕਰਤਾਰਪੁਰ ਸਾਹਿਬ ਲਾਂਘਾ ਦੋਹੇ ਦੇਸ਼ਾਂ ਦੇ ਲਈ ਬੜੀ ਚੁਣੌਤੀ ਭਰਪੂਰ ਆ ਤੇ ਨਾਲ ਦੀ ਨਾਲ ਹੀ ਦੋਹੇ ਦੇਸ਼ਾਂ ਦੇ ਲਈ ਚੰਗੀ ਗੱਲ ਵੀ ਇਹ ਆ ਕਿ ਲੋਕਾਂ ਦਾ ਮੇਲ ਜੋੜ ਧਾਰਮਿਕ ਪੱਖ ਤੇ ਵੱਧ ਸਕਦਾ ਜੀ। ਤੇ ਜੇ ਸੀਐਮ ਦੀ ਗੱਲ ਕਰ ਲਈਏ, ਲਾਸਟ ਸਵਾਲ ਹੈ, ਭਾਜਪਾ ਦਾ ਸੀਐਮ ਜਿਹੜਾ ਕੌਣ ਹੋ ਸਕਦੇ ਨੇ? ਮੈਂ ਉਹਨਾਂ ਦੇ ਇੱਕ ਨੇਤਾ ਨਾਲ ਮੇਰੀ ਗੱਲ ਹੋਈ ਸੀ, ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਤੁਸੀਂ ਮੋਦੀ ਸਾਹਿਬ ਦੇ ਨਾਂ ਤੇ ਚੋਣ ਲੜੋਗੇ, ਜਿਸ ਤਰ੍ਹਾਂ ਫਿਲਹਾਲ ਤੱਕ ਕੇਜਰੀਵਾਲ ਸਾਹਿਬ ਤੇ ਚੱਲ ਰਿਹਾ ਵੀ ਇੱਕ ਮੌਕਾ ਕੇਜਰੀਵਾਲ ਨੂੰ, ਕਿ ਮੋਦੀ ਸਾਹਿਬ ਦੇ ਫੇਸ ਉੱਪਰ ਹੀ ਚੋਣ ਲੜੀ ਜਾਏਗੀ ਜਾਂ ਮੁੱਖ ਮੰਤਰੀ ਦਾ ਐਲਾਨ ਕਰਨਗੇ ਚਿਹਰੇ ਦਾ? ਦੇਖੋ ਸੀਐਮ ਚਿਹਰੇ ਦੀ ਗੱਲ ਇਸ ਤਰ੍ਹਾਂ ਵਾ, ਬੜੀ ਹੋੜ ਲੱਗੀ ਹੋਈ ਆ, ਉਹ ਭਲਾ ਦੀ ਆਮ ਆਦਮੀ ਪਾਰਟੀ ਹੋਵੇ, ਭਲਾ ਦੀ ਕਾਂਗਰਸ ਹੋਵੇ, ਭਲਾ ਦੀ, ਦੇਖੋ ਸਭ ਤੋਂ ਪਹਿਲਾਂ ਤਾਂ ਸ਼ੁਰੂ ਇਹ ਰੌਲਾ ਪਿਆ ਸੀਗਾ ਸ਼੍ਰੋਮਣੀ ਅਕਾਲੀ ਦਲ ਤੋਂ, ਜਿਵੇਂ ਹੀ ਢੀਂਡਸਾ ਉਹਨਾਂ ਨੇ ਜਾਂ ਬ੍ਰਹਮਪੁਰਾ ਉਹਨਾਂ ਨੇ ਜਾਂ ਬਾਕੀ ਲੀਡਰਾਂ ਨੇ ਅਸਤੀਫੇ ਦੇ ਦਿੱਤੇ ਸੀਗੇ ਹਨਾ, ਪਿੱਛੇ ਹਟ ਗਏ ਸੀਗੇ ਅਕਾਲੀ ਦਲ ਤੋਂ। ਕਿਉਂਕਿ ਉਹ ਇਹ ਇਲਜ਼ਾਮ ਲਾਉਂਦੇ ਪਏ ਸਨ ਕਿ ਲਗਾਤਾਰ ਪਰਿਵਾਰ ਦੇ ਵਿੱਚ ਹੀ ਵਧਾਵਾ ਹੋ ਰਿਹਾ ਹੈ। ਵੱਡੇ ਬਾਦਲ ਸਾਹਿਬ ਹੁਣ, ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਤੇ ਪ੍ਰਧਾਨਗੀ ਮਿਲ ਗਈ ਕਿ ਅਸੀਂ ਲੰਬੇ ਸਮੇਂ ਤੋਂ ਅਕਾਲੀ ਦਲ ਦੇ ਵਿੱਚ ਰਹਿੰਦੇ ਹੋਏ ਜੇਲ੍ਹਾਂ ਕੱਟੀਆਂ, ਪਰ ਸਾਨੂੰ ਉਹ ਚੀਜ਼ਾਂ ਨਹੀਂ ਮਿਲੀਆਂ, ਸਾਡੀ ਗੱਲ ਨਹੀਂ ਸੁਣੀ ਜਾ ਰਹੀ। ਉਸ ਤੋਂ ਬਾਅਦ ਹੁਣ ਇਲੈਕਸ਼ਨਾਂ ਨੇੜੇ ਆ ਗਈਆਂ, ਹਲੇ ਤੱਕ ਦੋਹਾਂ ਪਾਰਟੀਆਂ ਦੇ ਵੱਲੋਂ, ਆਮ ਆਦਮੀ ਪਾਰਟੀ ਦੇ ਵੱਲੋਂ ਤੇ ਨਾ ਹੀ ਕਾਂਗਰਸ ਦੇ ਵੱਲੋਂ ਕਿਉਂ ਨਹੀਂ ਐਲਾਨਿਆ ਜਾ ਰਿਹਾ? ਦੋ ਵੱਡੇ ਕਾਰਨ ਉਹ ਤੇ ਮੰਨੇ ਜਾਂਦੇ ਨੇ। ਸਭ ਤੋਂ ਪਹਿਲਾ ਕਾਰਨ ਇਹ ਆ ਕਿ ਜੇਕਰ ਮੰਨ ਕੇ ਚਲੋ ਇੱਕ ਹਲਕਾ ਲਾ ਲਓ ਤੁਸੀਂ, ਉਹ ਹਲਕਾ ਲੁਧਿਆਣਾ ਲਾ ਲਓ, ਲੁਧਿਆਣਾ ਦੇ ਵਿੱਚ ਕਿਸੇ ਨੂੰ ਐਲਾਨ ਕਰ ਦਿੱਤਾ, ਵਿਧਾਇਕ ਉਮੀਦਵਾਰੀ ਮਿਲ ਗਈ, ਜਿਹੜੇ ਨਾਲ ਦੇ ਨੇ ਸਾਬਕਾ ਵਿਧਾਇਕ ਹੋਵੇ, ਜੇ ਤਾਂ ਸੇਮ ਵਿਧਾਇਕ ਨੂੰ ਮਿਲ ਗਈ ਤਾਂ ਜਿਹੜੇ ਨਾਲ ਪ੍ਰਧਾਨ ਹੁੰਦੇ ਨੇ, ਸ਼ਹਿਰੀ ਪ੍ਰਧਾਨ ਹੁੰਦਾ ਵਾ, ਉਹਨਾਂ ਦੇ ਆਪਣੇ ਬੰਦੇ ਵਿਰੋਧਤਾ ਕਰਨ ਲੱਗ ਜਾਂਦੇ ਨੇ ਕਿ ਇਹ ਉਹ ਪਿਛਲੀ ਵਾਰ ਰਿਹਾ ਵਾ ਉਮੀਦਵਾਰ, ਸਾਨੂੰ ਇਸ ਵਾਰ ਟਿਕਟ ਮਿਲਣੀ ਚਾਹੀਦੀ ਹੈ। ਤੇ ਨਾਲ ਦੀ ਨਾਲ ਹੀ ਜਿਹੜੇ ਵੱਡੇ ਜਿਵੇਂ ਭਾਜਪਾ ਦੇ ਆ ਜਾਂ ਆਮ ਆਦਮੀ ਦਾ ਕੋਈ ਵੱਡਾ ਚਿਹਰਾ ਵਾ ਜਿਹੜਾ ਉਹ ਕਹਿੰਦਾ ਮੈਨੂੰ ਤਾਂ ਆਮ ਆਦਮੀ ਤੋਂ ਨਹੀਂ ਟਿਕਟ ਮਿਲੀ, ਮੈਂ ਕਾਂਗਰਸ 'ਚ ਆ ਜਾਂਦਾ ਵਾ, ਤਾਂ ਖਿਲਾਫਤ ਹੋ ਜਾਂਦੀ ਆ। ਤਾਂ ਹੁਣ ਇੱਕ ਤਾਂ ਚੋਣ ਜਾਬਤਾ ਦੀ ਵੇਟ ਕਰਦੇ ਪਏ ਆ, ਤੇ ਨਾਲ ਦੀ ਨਾਲ ਹੀ ਤੁਹਾਡਾ ਸਵਾਲ ਜਿਹੜਾ ਵਾ ਇਹ ਵੀ ਹੋ ਸਕਦਾ ਹੈ ਕਿ ਕਾਂਗਰਸ ਤੇ ਨਾਲ ਦੀ ਨਾਲ ਹੀ ਭਾਜਪਾ ਆਪਣੇ ਸੁਪਰੀਮੋ ਦੇ ਨਾਮ ਤੇ ਚੋਣ ਲੜ ਸਕਦੀ ਹੈ। ਜੀ ਕਲੇਰ ਸਾਹਿਬ, ਧੰਨਵਾਦ ਬਹੁਤ ਬਹੁਤ ਸਮਾਂ ਦੇਣ ਲਈ। ਸ਼ੁਕਰੀਆ। ਜਿਹੜੀ ਚਰਚਾ ਹੋਈ ਹੈ ਬੜੀ ਸਾਰਥਕ ਹੋਈ ਹੈ ਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਹੋਈ ਹੈ ਕਿ ਅੱਜ ਪੰਜਾਬ ਦੇ ਵਿੱਚ ਨਰਿੰਦਰ ਮੋਦੀ ਦਾ ਦੌਰਾ ਹੈ ਤੇ ਕਿਹੜੇ ਵੱਡੇ ਐਲਾਨ ਨੇ ਜਿਹੜੇ ਉਹ ਕਰ ਸਕਦੇ ਨੇ ਤੇ ਕਿਹੜੀਆਂ ਸੰਭਾਵਨਾਵਾਂ ਲੈ ਕੇ ਪੰਜਾਬੀ ਉਹਨਾਂ ਵੱਲ ਆਸ ਰੱਖ ਸਕਦੇ ਨੇ। SMZ ਨਿਊਜ਼ ਦੇ ਉੱਪਰ ਤੁਹਾਨੂੰ ਪਲ ਪਲ ਦੀ ਖਬਰ, ਪਲ ਪਲ ਦੀ ਅਪਡੇਟ ਲਾਈਵ ਨਰਿੰਦਰ ਮੋਦੀ ਸਾਹਿਬ ਕੋਈ ਵੀ ਰੈਲੀ ਨੂੰ ਸੰਬੰਧਿਤ ਗੱਲ ਹੈ ਤੁਹਾਨੂੰ SMZ ਨਿਊਜ਼ ਦੇ ਉੱਪਰ ਜ਼ਰੂਰ ਦਿਖਾਈ ਜਾਵੇਗੀ। SMZ ਨਿਊਜ਼ ਦੇਖਦੇ ਰਹਿਣ ਲਈ ਤੁਹਾਡਾ ਬਹੁਤ ਧੰਨਵਾਦ।